ਜੂਨ 1984 ਆਪਰੇਸ਼ਨ ਬਲੂ ਸਟਾਰ। ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ। ਦੇਖੋ ਸਾਡੀ ਵਿਸ਼ੇਸ਼ ਲੜੀ 'ਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ। ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਸਰਕਾਰ ਨੇ ਆਖਿਰਕਾਰ ਸਨਅਤੀ ਨੀਤੀ ਦਾ ਐਲਾਨ ਕਰ ਦਿੱਤਾ ਹੈ। ਸਨਅਤ ਮੰਤਰੀ ਅਨਿਲ ਜੋਸ਼ੀ ਦੀ ਹਾਜ਼ਰੀ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਨਅਤੀ ਨੀਤੀ ਪੇਸ਼ ਕੀਤੀ। ਸਨਅਤੀ ਨੀਤੀ ਵਿੱਚ ਸਨਅਤ ਨੂੰ ਦਿੱਤੀਆਂ ਜਾਣ ਵਾਲੀਆਂ ਛੋਟਾਂ ਅਤੇ ਰਿਆਇਤਾਂ ਦਰਜ ਕੀਤੀਆਂ ਗਈਆਂ ਨੇ। ਨਵੀਆਂ ਸਨਅਤੀ ਇਕਾਈਆਂ ਨੂੰ ਰਿਆਇਤਾਂ ਦਿੱਤੀਆਂ ਗਈਆਂ ਨੇ। ਸਨਅਤੀ ਵਾਧੇ ਲਈ ਰਿਆਇਤਾਂ ਕਾਇਮ ਰਹਿਣਗੀਆਂ। ਵੇਖਣਾ ਇਹ ਹੋਵੇਗਾ ਕਿ ਇਸ ਸਨਅਤੀ ਨੀਤੀ ਨਾਲ ਸਨਅਤ ਨੂੰ ਕਿੰਨਾ ਕੁ ਹੁਲਾਰਾ ਮਿਲੇਗਾ। ਪੰਜਾਬ ਦੀ ਸਨਅਤੀ ਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨੀਤੀ ਵਾਲੇ ਦਸਤਾਵੇਜ਼ ਦਾ ਸਿਰਲੇਖ ਇਸ ਦਾ ਮੁਹਾਨ ਦੱਸਦਾ ਹੈ। ਇਸ ਦਾ ਸਿਰਲੇਖ ਹੈ ਸਨਅਤੀ ਉਤਸ਼ਾਹ ਲਈ ਨੀਤੀ 2013, ਵਿੱਤੀ ਰਿਆਇਤਾਂ ਇੰਡਸਟਰੀਅਲ ਪ੍ਰਮੋਸ਼ਨ ਪਾਲਿਸੀ 2013, ਫਿਸਕਲ ਇਨਸੈਂਟਿਵਸ। ਇਸ ਨੀਤੀ ਤਹਿਤ ਛੋਟੀ, ਦਰਮਿਆਨੀ ਅਤੇ ਵੱਡੀ ਸਨਅਤ ਲਈ ਰਿਆਇਤਾਂ ਦਿੱਤੀਆਂ ਗਈਆਂ ਨੇ। ਸਨਅਤ ਦੇ ਅੰਦਰ ਵੀ ਮੈਨੂਫੈਕਚਰਿੰਗ ਸੈਕਟਰਸ, ਇੰਟੀਗ੍ਰੇਟਡ ਟੈਕਸਟਾਈਲ ਯੂਨਿਟਸ, ਐਗਰੋ ਐਂਡ ਫੂਡ ਪ੍ਰੋਸੈਸਿੰਗ ਸੈਕਟਰਸ ਅਤੇ ਇਲੈਕਟ੍ਰੋਨਿਕ ਹਾਰਡਵੇਅਰ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਸੈਕਟਰਸ ਨੂੰ ਤਰਜੀਹ ਦਿੱਤੀ ਗਈ ਹੈ। ਸਨਅਤੀ ਵਿਕਾਸ ਲਈ ਪੰਜਾਬ ਨੂੰ 2 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਰਿਆਇਤਾਂ ਅਤੇ ਛੋਟਾਂ ਨੂੰ ਸਨਅਤਵਾਰ ਅਤੇ ਜ਼ੋਨਵਾਰ ਵੰਡਿਆ ਗਿਆ ਹੈ। ਜ਼ੋਨ 1 ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਜ਼ਿਲ੍ਹਿਆਂ ਨੂੰ ਰੱਖਿਆ ਗਿਆ ਹੈ। ਇਸ ਜ਼ੋਨ ਵਿੱਚ ਵੈਟ ਦੀ ਛੋਟ 50 ਤੋਂ 100% ਦੀ ਹੈ, ਜਦਕਿ ਬਾਕੀ ਜ਼ਿਲ੍ਹਿਆਂ ਨੂੰ ਦੂਜੇ ਜ਼ੋਨ ਵਿੱਚ ਰੱਖਿਆ ਗਿਆ ਹੈ। ਦੂਜੇ ਜ਼ੋਨ ਵਿੱਚ ਵੈਟ ਦੀ ਛੋਟ 25 ਤੋਂ 50% ਦੀ ਹੈ। ਇਸੇ ਤਰ੍ਹਾਂ ਕੇਂਦਰੀ ਸੇਲ ਟੈਕਸ, ਜਾਇਦਾਦ ਟੈਕਸ, ਬਿਜਲੀ ਡਿਊਟੀ, ਮੰਡੀ ਫੀਸ ਅਤੇ ਪੇਂਡੂ ਵਿਕਾਸ ਫੰਡ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਨੇ। ਮੰਡੀ ਫੀਸ, ਪੇਂਡੂ ਵਿਕਾਸ ਫੰਡ ਅਤੇ ਬੁਨਿਆਦੀ ਢਾਂਚੇ ਦੇ ਸੈਸ ਦੀਆਂ ਰਿਆਇਤਾਂ ਖੇਤੀ ਨਾਲ ਜੁੜੀ ਸਨਅਤ ਲਈ ਨੇ। ਵੇਖਣਾ ਇਹ ਹੋਏਗਾ ਕਿ ਇਹ ਨੀਤੀ ਨਿਵੇਸ਼ ਨੂੰ ਵਧਾ ਸਕਣਗੀਆਂ ਜਾਂ ਨਹੀਂ। ਇਹ ਵੀ ਵੇਖਣਾ ਹੋਏਗਾ ਕਿ ਖਜ਼ਾਨੇ ਦੀ ਖਸਤਾ ਹਾਲਤ ਵਾਲਾ ਸੂਬਾ ਇਹਨਾਂ ਰਿਆਇਤਾਂ ਦਾ ਬੋਝ ਕਿਵੇਂ ਚੱਲੇਗਾ। ਇਹ ਰਿਆਇਤਾਂ ਸੂਬੇ ਦੀ ਸਨਅਤੀ ਖੜੋਤ ਨੂੰ ਤੋੜ ਸਕਣਗੀਆਂ ਜਾਂ ਨਹੀਂ। ਪੰਜਾਬ ਦੇ ਸਨਅਤੀ ਖੇਤਰ ਦੀ ਖੜੋਤ ਲਗਾਤਾਰ ਚਿੰਤਾ ਦਾ ਮਸਲਾ ਰਹੀ ਹੈ। ਪੰਜਾਬ ਵਿੱਚ ਰਵਾਇਤੀ ਸਨਅਤ ਨੂੰ ਬਚਾਉਣਾ, ਨਵੀਂ ਸਨਅਤ ਲਈ ਸਾਜ਼ਗਾਰ ਮਾਹੌਲ ਪੈਦਾ ਕਰਨਾ ਅਤੇ ਗਵਾਂਢੀ ਸੂਬਿਆਂ ਵੱਲ ਹੋ ਰਹੇ ਸਨਅਤੀ ਉਜਾੜੇ ਨੂੰ ਰੋਕਣਾ ਅਹਿਮ ਮਸਲੇ ਰਹੇ ਨੇ। ਖੇਤੀ ਦੀ ਖੜੋਤ ਨੂੰ ਤੋੜਨ ਲਈ ਖੇਤੀ ਨਾਲ ਜੁੜੀ ਸਨਅਤ ਨੂੰ ਉਤਸ਼ਾਹ ਦੇਣ ਦੀ ਗੱਲ ਲਗਾਤਾਰ ਚੱਲ ਰਹੀ ਹੈ। ਐਲਾਨ ਕੀਤੀ ਗਈ ਸਨਅਤੀ ਨੀਤੀ ਵਿੱਚ ਇਹਨਾਂ ਮਸਲਿਆਂ ਨੂੰ ਕਿੰਨੀ ਕੁ ਤਰਜੀਹ ਮਿਲੀ ਹੈ? ਇਹਨਾਂ ਸਾਰੇ ਸਵਾਲਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪ੍ਰੋਫੈਸਰ ਉਪਿੰਦਰ ਕੌਰ ਸਾਨੀ, ਜੋ ਪੰਜਾਬ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਪੜ੍ਹਾਉਂਦੇ ਨੇ, ਰਾਕੇਸ਼ ਰਤਨ ਅਗਰਵਾਲ, ਜੋ ਸਨਅਤਕਾਰ ਨੇ ਅਤੇ ਡੇਰਾਬੱਸੀ ਇੰਡਸਟਰੀਅਲ ਐਸੋਸੀਏਸ਼ਨ ਦੇ ਮੁਖੀ ਨੇ। ਤੁਹਾਡਾ ਦੋਨਾਂ ਦਾ ਅੱਜ ਦੀ ਚਰਚਾ ਵਿੱਚ ਸਵਾਗਤ ਹੈ। ਪ੍ਰੋਫੈਸਰ ਸਾਨੀ, ਜਿਹੜੀ ਇਹ ਨੀਤੀ ਦਾ ਅੱਜ ਐਲਾਨ ਕੀਤਾ, ਜਿੰਨੀ ਕੁ ਵੀ ਜਾਣਕਾਰੀ ਸਾਡੇ ਕੋਲ ਆਈ ਹੈ, ਹਾਲੇ ਨੋਟੀਫਿਕੇਸ਼ਨ ਤੇ ਨਹੀਂ ਹੋਈ, ਉਸ ਜਾਣਕਾਰੀ ਮੁਤਾਬਕ ਤੁਸੀਂ ਇਹ ਦੱਸੋ ਕਿ ਵੀ ਇਹ ਤੁਹਾਡੇ ਅੰਦਾਜ਼ਿਆਂ ਮੁਤਾਬਕ ਹੈ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਹੈ ਕਿ ਇਟ ਇਜ਼ ਅ ਪਲੇਜ਼ੈਂਟ ਸਰਪ੍ਰਾਈਜ਼ ਟੂ ਆਲ ਆਫ ਅਸ ਕਿ ਬਈ ਬਹੁਤ ਹੀ ਪ੍ਰੋਗਰੈਸਿਵ ਇੰਡਸਟਰੀਅਲ ਪੋਲਿਸੀ ਅਨਾਉਂਸ ਕੀਤੀ ਹੈ ਤੇ ਬਹੁਤ ਸਾਰੇ ਇਨਸੈਂਟਿਵਸ ਤੇ ਕੰਸੈਸ਼ਨਸ ਦੀ ਗੱਲ ਕੀਤੀ ਗਈ ਹੈ ਇੰਡਸਟਰੀ ਨੂੰ ਦੇਣ ਵਾਸਤੇ। ਉਹਦੇ ਤੇ ਸਿਰਲੇਖ ਹੀ ਲਿਖਿਆ ਗਿਆ ਫਿਸਕਲ ਇਨਸੈਂਟਿਵਸ ਤੇ ਅਰਨ ਯੋਰ ਇਨਸੈਂਟਿਵਸ ਵੀ ਕਿਹਾ ਗਿਆ ਤੇ ਉਹਦੇ ਵਿੱਚ ਇਹ ਹੈ ਕਿ ਇਨਸੈਂਟਿਵਸ ਅਨਾਉਂਸ ਕਰ ਦੇਣਾ ਇੱਕ ਚੀਜ਼ ਹੈ ਪਰ ਡਿਲੀਵਰ ਕਰਨਾ ਦੂਸਰੀ ਚੀਜ਼ ਹੈ। ਸੋ ਪੰਜਾਬ ਦੀ ਕਿਸੇ ਵੀ ਪਾਲਿਸੀ ਦੀ, ਚਾਹੇ ਉਹ ਇੰਡਸਟਰੀਅਲ ਪਾਲਿਸੀ ਹੈ ਜਾਂ ਜਿਹੜੀ ਪਹਿਲਾਂ ਵੀ ਕੋਈ ਹੋਰ ਪਾਲਿਸੀਜ਼ ਵੀ ਆਈਆਂ, ਉਹਨਾਂ ਦੀ ਜਿਹੜੀ ਮੇਨ ਬੁਨਿਆਦ ਹੈ ਉਹ ਇਸ ਚੀਜ਼ ਤੋਂ ਪਰਖੀ ਜਾਂਦੀ ਹੈ ਕਿ ਉਹ ਅਸੀਂ ਡਿਲੀਵਰ ਕਿੰਨਾ ਕਰ ਸਕਦੇ ਹਾਂ। ਕਿਉਂਕਿ ਅੱਗੇ ਵੀ ਅਸੀਂ ਇਸ ਗੱਲ ਤੇ ਬੜੀ ਵਾਰ ਡਿਸਕਸ਼ਨ ਕੀਤੀ ਹੈ ਕਿ ਪੰਜਾਬ ਦੇ ਕੋਲ ਫੰਡਸ ਨਹੀਂ ਹੈ। ਫਿਸਕਲ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਅਲਾਰਮਿੰਗ ਹੈ। ਤਾਂ ਜੇ ਅਸੀਂ ਇੰਨੇ ਕੰਸੈਸ਼ਨਸ ਦੇਵਾਂਗੇ, ਜਿਸ ਤਰ੍ਹਾਂ ਇਲੈਕਟ੍ਰਿਸਿਟੀ ਡਿਊਟੀ, ਵੈਟ ਹੈ ਜਾਂ ਹੋਰ ਕਈ ਤਰ੍ਹਾਂ ਦੀਆਂ ਐਗਜ਼ੈਂਪਸ਼ਨਸ ਨੇ, ਉਹ ਅਸੀਂ ਕਿੱਥੋਂ ਦੇ ਸਕਾਂਗੇ? ਉਹਦੇ ਵਾਸਤੇ ਸਾਨੂੰ ਹੋਰ ਕਈ ਚੀਜ਼ਾਂ ਦੀ ਜ਼ਰੂਰਤ ਹੈ, ਜਿਵੇਂ ਰੈਵਨਿਊ ਜਨਰੇਟ ਕਰਨ ਦੀ ਜ਼ਰੂਰਤ ਹੈ, ਐਕਸਪੈਂਡੀਚਰ ਕਰਟੇਲ ਕਰਨ ਦੀ ਜ਼ਰੂਰਤ ਹੈ। ਉਹਦੇ 'ਚ ਫਿਰ ਦੂਜੀਆਂ ਪਾਲਿਸੀਜ਼ ਦੀ ਇਨਵੋਲਵਮੈਂਟ ਆ ਜਾਂਦੀ ਹੈ, ਫਿਸਕਲ ਪਾਲਿਸੀ ਦੀ ਇਨਵੋਲਵਮੈਂਟ ਆ ਜਾਂਦੀ ਹੈ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇਕੱਠਾ ਕਿਸ ਤਰ੍ਹਾਂ ਅੱਛੀ ਤਰ੍ਹਾਂ ਕਰ ਸਕਦੇ ਹਾਂ, ਇਹਦੇ 'ਤੇ ਬਹੁਤ ਡਿਪੈਂਡ ਕਰੇਗਾ।
ਕਿਉਂਕਿ ਜਦੋਂ ਪੰਜਾਬ ਦੇ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੀ ਆਮਦਨ ਵਧਾਉਣ ਲਈ ਕੋਈ ਨਾ ਕੋਈ ਜਿਹੜਾ ਉਪਰਾਲਾ ਕਰਾਂਗੇ। ਕੁਝ ਟੈਕਸ ਲਗਾਏ ਗਏ ਉਹ ਤੋਂ ਬਾਅਦ, ਪਰ ਹੁਣ ਜਿਸ ਵੱਡੇ ਪੱਧਰ ਦੇ ਉੱਤੇ ਟੈਕਸ ਛੋਟਾਂ ਦਿੱਤੀਆਂ ਗਈਆਂ ਨੇ ਤੇ ਇਹ ਬਿਲਕੁਲ ਦੂਜਾ ਪਾਸਾ ਹੋ ਗਿਆ ਤੇ ਮੁੜ ਕੇ ਸੂਬੇ ਦੀ ਜਿਹੜੀ ਉਹ ਵਿੱਤੀ ਹਾਲਤ ਹੈ ਉਹਦੇ ਵੱਲ ਫਿਰ ਤੁਹਾਨੂੰ ਇਹਦੇ ਬਾਰੇ ਕਾਫੀ ਖਦਸ਼ੇ ਲੱਗਦੇ ਨੇ ਕਿ ਇੰਨੀਆਂ ਰਿਆਇਤਾਂ ਦੇ ਕੇ ਇਹ ਹੋ ਸਕੇਗਾ? ਹਾਂਜੀ, ਦੇਖੋ ਇੱਕ ਚੀਜ਼ ਤਾਂ ਪਹਿਲਾਂ ਤੁਹਾਨੂੰ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਟੈਕਸਿਸ ਆਪਣੇ ਨੇਬਰਿੰਗ ਸਟੇਟਸ ਨਾਲੋਂ ਜ਼ਿਆਦਾ ਨੇ। ਫੋਰ ਐਗਜ਼ਾਮਪਲ ਤੁਸੀਂ ਪੈਟਰੋਲ ਦੀ ਗੱਲ ਕਰਦੇ ਹੋ ਤਾਂ ਪੈਟਰੋਲ ਸਾਡਾ ਬਾਕੀਆਂ ਸਟੇਟਸ ਨਾਲੋਂ, ਚੰਡੀਗੜ੍ਹ, ਪੰਚਕੂਲਾ, ਹਰਿਆਣਾ, ਚੰਡੀਗੜ੍ਹ ਨਾਲੋਂ ਮਹਿੰਗਾ ਹੈ ਤੇ ਅਸੀਂ ਆਲਰੇਡੀ ਕਈ ਚੀਜ਼ਾਂ ਨੂੰ ਜ਼ਿਆਦਾ ਟੈਕਸ ਕਰ ਰਹੇ ਹਾਂ। ਇਲੈਕਟ੍ਰਿਸਿਟੀ ਡਿਊਟੀ ਵੀ ਸਾਡੀ ਪਹਿਲੇ ਜ਼ਿਆਦਾ ਹੈ, ਪਰ ਫਿਰ ਵੀ ਸਾਡੇ ਖਰਚੇ ਇੰਨੇ ਜ਼ਿਆਦਾ ਹੈ ਕਿ ਡੈਫਿਸਿਟ ਵੀ ਸਾਡਾ ਸਭ ਤੋਂ ਜ਼ਿਆਦਾ ਹੈ। ਤੇ ਹੁਣ ਜੇ ਅਸੀਂ ਇੰਨੇ ਇਨਸੈਂਟਿਵਸ ਦੇਣੇ ਹੈ, ਬਹੁਤ ਅੱਛੀ ਗੱਲ ਹੈ ਕਿ ਇਨਸੈਂਟਿਵਸ ਦੇ ਕੇ ਅਸੀਂ ਜੇ ਇੰਡਸਟਰੀ ਨੂੰ ਅਟਰੈਕਟ ਕਰ ਸਕੀਏ ਤੇ ਲੌਂਗ ਰਨ ਦੇ ਵਿੱਚ ਤਾਂ ਸਾਡਾ ਗੇਨ ਹੀ ਹੈ। ਕਿਉਂਕਿ ਜੇ ਇੰਡਸਟਰੀ ਫਲਰਿਸ਼ ਕਰੇਗੀ, ਇੰਡਸਟਰੀ ਪ੍ਰੋਡਕਸ਼ਨ ਜ਼ਿਆਦਾ ਕਰੇਗੀ, ਉਹਦੇ ਤੇ ਜਿਹੜੇ ਦੂਸਰੇ ਟੈਕਸਿਸ ਲੱਗਦੇ ਨੇ ਉਹਨਾਂ ਤੋਂ ਇਨਕਮ ਰੈਵਨਿਊ ਜਨਰੇਟ ਹੋਏਗਾ, ਇਨਕਮ ਜਨਰੇਟ ਹੋਏਗੀ, ਪਰ ਉਹ ਗੱਲ ਰੋਜ਼ਗਾਰ ਵਧੇਗਾ। ਪਰ ਉਹ ਚੀਜ਼ ਹੈਗੀ ਹੈ ਲੌਂਗ ਟਰਮ ਦੀ। ਸ਼ਾਰਟ ਟਰਮ 'ਚ ਅਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਪੂਰਾ ਕਰਦੇ ਹਾਂ, ਇਹਦੇ ਬਾਰੇ ਬੜਾ ਵੱਡਾ ਕੁਐਸਚਨ ਮਾਰਕ ਹੈ ਔਰ ਇਹਦਾ ਜਵਾਬ ਵੀ ਸਰਕਾਰ ਨੂੰ ਬਹੁਤ ਜਲਦੀ ਹੀ ਦੇਣਾ ਪਏਗਾ, ਕਿਉਂਕਿ ਅਦਰਵਾਈਜ਼ ਇਹਨਾਂ ਚੀਜ਼ਾਂ ਨੂੰ ਅਨਾਉਂਸ ਕਰਕੇ ਔਰ ਇਹ ਨਹੀਂ ਦੱਸਣਾ ਕਿ ਆਏਗਾ ਕਿੱਥੋਂ। ਇੱਕ ਚੀਜ਼ ਤਾਂ ਇਹ ਹੈ। ਦੂਸਰੀ ਚੀਜ਼ ਹੈ ਜਿਹੜੀ ਪਾਵਰ ਅਵੇਲੇਬਿਲਿਟੀ ਦੀ, ਉਹ ਬਹੁਤ ਵੱਡਾ ਕੁਐਸਚਨ ਮਾਰਕ ਹੈ। ਤੁਹਾਨੂੰ ਪਤਾ ਹੀ ਹੈ ਕਿ ਸਟੇਟ ਦੇ ਵਿੱਚ ਪਾਵਰ ਦੀ ਜਿਹੜੀ ਸਿਚੁਏਸ਼ਨ ਹੈ, ਭਾਵੇਂ ਕਿ ਸਾਡੇ ਲੀਡਰ ਬਹੁਤ ਵਾਰ ਕਹਿ ਚੁੱਕੇ ਨੇ ਕਿ ਬਈ ਅਸੀਂ ਪਾਵਰ ਸਰਪਲਸ ਕਰ ਦੇਣਾ ਹੈ, 12 ਵਿੱਚ ਕਿਹਾ ਕਿ 13 'ਚ ਕਰ ਦੇਣਾ, ਹੁਣ 13 ਦੇ ਵਿੱਚ 14 ਦੀ ਇਲੈਕਸ਼ਨ ਆਉਣ ਵਾਲੀ ਹੈ, 2007 ਤੋਂ ਲਗਾਤਾਰ ਕਹਿੰਦੇ ਆ ਰਹੇ ਕਿ ਪਾਵਰ ਸਰਪਲਸ ਕਰ ਦੇਣਾ। ਤੇ ਸਰਪਲਸ ਨੂੰ ਤਾਂ ਛੱਡੋ, ਅਸੀਂ ਤਾਂ ਅਜੇ ਪਹਿਲੇ ਐਡਿਕੁਏਟ ਹੀ ਨਹੀਂ ਆ, ਇਨਫ ਪਾਵਰ ਹੀ ਨਹੀਂ ਹੈ ਸਾਡੇ ਕੋਲ। ਮਤਲਬ ਮੋਹਾਲੀ ਵਰਗੀ ਜਗ੍ਹਾ ਜਿਹੜੀ ਚੰਡੀਗੜ੍ਹ ਦੇ ਨਾਲ ਲੱਗਵੀਂ ਹੈ, ਉੱਥੇ ਵੀ ਪਾਵਰ ਅਵੇਲੇਬਿਲਿਟੀ ਨਹੀਂ ਹੈ ਤੇ ਪਿੰਡਾਂ ਵਿੱਚ ਜਾਂ ਹੋਰ ਜਗ੍ਹਾ ਤੇ ਦੂਰ ਵਾਲੇ ਇਲਾਕਿਆਂ ਦੇ ਵਿੱਚ ਤਾਂ ਤੁਹਾਨੂੰ ਪਤਾ 8-8 9-9 ਘੰਟੇ ਬਿਜਲੀ ਜਾਂਦੀ ਹੈ। ਤੇ ਸਨਅਤੀ ਨੀਤੀ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ 24 ਘੰਟੇ ਬਿਨਾਂ ਰੋਕ ਟੋਕ ਬਿਲਕੁਲ ਸਹੀ ਵੋਲਟੇਜ ਵਾਲੀ। ਔਰ ਇੰਡਸਟਰੀਅਲ ਪਾਲਿਸੀ ਸਕਸੈਸਫੁਲ ਵੀ ਤਾਂ ਹੀ ਹੋ ਸਕਦੀ ਹੈ। ਸਨਅਤ ਇਹ ਮੇਰੇ ਨਾਲੋਂ ਜ਼ਿਆਦਾ ਦੱਸ ਸਕਦੇ ਨੇ ਕਿ ਸਨਅਤ ਦੀ ਸਕਸੈਸ ਹੀ ਇਸ ਤੇ ਹੈ ਕਿ ਜੇ ਅਸੀਂ ਉਹਦਾ ਸਾਰਾ ਜਿਹੜੀਆਂ ਇਨਪੁਟਸ ਨੇ ਉਹਨਾਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਸਕੀਏ। ਰਾਕੇਸ਼ ਜੀ, ਤੁਸੀਂ ਬਤੌਰ ਸਨਅਤਕਾਰ ਜਿਹੜੀ ਵੀ ਜਾਣਕਾਰੀ ਸਾਡੇ ਕੋਲ ਸਨਅਤੀ ਨੀਤੀ ਬਾਰੇ ਆਈ ਹੈ ਉਹਨੂੰ ਕਿਵੇਂ ਵੇਖਦੇ ਹੋ? ਇੰਡਸਟਰੀ ਦੇ ਨਜ਼ਰੀਏ ਦੇ ਨਾਲ ਮੈਂ ਇਸ ਪਾਲਿਸੀ ਨੂੰ ਵੈਲਕਮ ਕਰਦਾ। ਅੱਜ ਤੱਕ ਇੰਡਸਟਰੀ ਇਹ ਸੋਚਦੀ ਰਹੀ ਆ ਕਿ ਪੰਜਾਬ ਸਰਕਾਰ ਸ਼ਾਇਦ ਭੁੱਲੀ ਬੈਠੀ ਹੈ ਇੰਡਸਟਰੀ ਦੇ ਬਾਰੇ 'ਚ। ਅਸੀਂ ਕਈ ਵਾਰੀ ਇਹ ਕੋਸ਼ਿਸ਼ ਕੀਤੀ ਸੀ ਕਿ ਸਾਡੀ ਸੁਣੀ ਜਾਵੇ, ਪਰ ਅੱਜ ਤੇ ਅਸੀਂ ਦੇਖ ਰਹੇ ਹਾਂ ਕਿ ਜਿੰਨੀ ਅਸੀਂ ਸੁਣਾਉਣਾ ਚਾਹੁੰਦੇ ਸੀਗੇ ਉਨੀ ਸਾਡੀ ਸੁਣੀ ਗਈ ਹੈ। ਇਸ ਪਾਲਿਸੀ ਨੂੰ ਅਨਾਉਂਸ ਕਰਨ ਵੇਲੇ ਮੈਂ ਪ੍ਰੋਫੈਸਰ ਸਾਹਿਬ ਨਾਲ ਬਿਲਕੁਲ ਸਹਿਮਤ ਹਾਂ ਕਿ ਅਨਾਉਂਸ ਕਰਨਾ ਔਰ ਉਹਨੂੰ ਡਿਲੀਵਰ ਕਰਨਾ, ਇਹ ਦੋਨੋਂ ਚੀਜ਼ਾਂ ਜਿੰਨੀ ਦੇਰ ਨਾਲ ਨਹੀਂ ਚੱਲਣਗੀਆਂ ਉਨੀ ਦੇਰ ਤੱਕ ਕੁਝ ਨਹੀਂ ਹੋ ਸਕਦਾ। ਪਰੰਤੂ ਮੈਂ ਇਹਨੂੰ ਥੋੜ੍ਹੇ ਜਿਹੇ ਪੋਜ਼ਿਟਿਵ ਐਂਗਲ ਨਾਲ ਇਸ ਕਰਕੇ ਦੇਖਦਾ ਹਾਂ ਕਿਉਂਕਿ ਲਗਾਤਾਰ ਅਸੀਂ ਮਿਲਦੇ ਰਹੇ ਹਾਂ ਸਰਕਾਰ ਨੂੰ, ਸਰਕਾਰ ਦੇ ਨੁਮਾਇੰਦਿਆਂ ਨੂੰ ਤੇ ਮਿਨਿਸਟਰਸ ਨੂੰ, ਜੋਸ਼ੀ ਸਾਹਿਬ ਨੂੰ ਵੀ ਅਸੀਂ ਮਿਲਦੇ ਰਹੇ ਹਾਂ, ਕਹਿੰਦੇ ਰਹੇ ਹਾਂ ਕਿ ਇੰਡਸਟਰੀ ਦੀ ਸੁਣੋ। ਪਰ ਜੇ ਅੱਜ ਉਹਨਾਂ ਨੇ ਸੁਣੀ ਆ, ਬੜੇ ਹੁਲਾਰੇ ਦੇ ਨਾਲ, ਹੁਮਾਰੇ ਨਾਲ ਸੁਣੀ ਆ, ਤੇ ਮੈਨੂੰ ਪੂਰਾ ਵਿਸ਼ਵਾਸ ਆ ਕਿ ਉਹ ਕੋਈ ਨਾ ਕੋਈ ਤਰੀਕਾ ਇਸ ਚੀਜ਼ ਨੂੰ ਡਿਲੀਵਰ ਕਰਨ ਦਾ ਵੀ ਤਿਆਰ ਕਰਨਗੇ, ਜਿਸ ਕਰਕੇ ਕਿ ਇਹ ਆਏਗੀ। ਇੱਕ ਚੀਜ਼ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਸੂਬੇ ਦੀ ਇਕਨੋਮੀ ਨੂੰ ਜੇ ਬੂਸਟ ਕਰਨਾ ਹੈ ਤੇ ਉਹਦੇ ਲਈ ਇੰਡਸਟਰੀ ਇੱਕ ਬਹੁਤ ਪੋਜ਼ਿਟਿਵ ਰੋਲ ਅਦਾ ਕਰਦੀ ਹੈ। ਐਗਰੀਕਲਚਰ ਇੱਕ ਲਿਮਿਟ ਤੱਕ ਹੀ ਕਿਸੇ ਵੀ ਸੂਬੇ ਦੀ ਇਕਨੋਮੀ ਨੂੰ ਸਪੋਰਟ ਕਰ ਸਕਦੀ ਹੈ। ਉਸ ਤੋਂ ਬਾਅਦ ਤੇ ਹਰੇਕ ਸੂਬੇ ਦੇ ਰਹਿਣ ਵਾਲੇ ਨੂੰ, ਯੂਥ ਨੂੰ ਕੰਮ ਚਾਹੀਦਾ ਔਰ ਕੰਮ ਦੇਣ ਲਈ ਇੰਡਸਟਰੀ ਬਹੁਤ ਜ਼ਰੂਰੀ ਹੈ। ਇਹ ਚੈੱਕ ਐਂਡ ਬੈਲੈਂਸ ਸਰਕਾਰ ਨੇ ਜ਼ਰੂਰ ਸੋਚੇ ਹੋਣਗੇ। ਮੈਂ ਉਮੀਦ ਕਰਦਾ ਹੈਗਾ ਕਿ ਜਿੰਨਾ ਕੁ ਵੀ ਇਹਦੇ 'ਚ ਫਿਸਕਲ ਇਨਵੋਲਵਮੈਂਟ ਹੋਏਗੀ, ਫਾਈਨੈਂਸਿਸ ਦੀ ਇਨਵੋਲਵਮੈਂਟ ਹੋਏਗੀ ਇਹਨਾਂ ਇਨਸੈਂਟਿਵ ਨੂੰ ਸਪੋਰਟ ਕਰਨ ਲਈ, ਤੇ ਜੇ ਇੰਡਸਟਰੀ ਦਾ ਪ੍ਰੋਗਰੈਸ ਜਾਂ ਗਰੋਥ ਇਹ ਇੰਨੀ ਕੁ ਲੈ ਗਏ ਤੇ ਇਹ ਚੈੱਕ ਐਂਡ ਬੈਲੈਂਸ ਦੇ ਵਿੱਚ ਆ ਜਾਏਗੀ। ਕਿਉਂਕਿ ਟੋਟਲ ਇਹਨਾਂ ਨੇ ਵੈਟ ਦਾ ਇਨਸੈਂਟਿਵ ਨਹੀਂ ਦਿੱਤਾ, 50 ਤੋਂ 100% ਅਲੱਗ-ਅਲੱਗ ਕੈਟਾਗਰੀਜ਼ ਬਣਾਈਆਂ ਨੇ। ਜਿਹੜਾ ਦੋ ਜ਼ੋਨ ਜਿਹੜੇ ਬਣਾਏ ਨੇ, ਪਹਿਲੇ ਜ਼ੋਨ ਦੇ ਵਿੱਚ 50 ਤੋਂ ਲੈ ਕੇ 100% ਤੱਕ ਹੈ, ਦੂਜੇ ਦੇ ਵਿੱਚ 25 ਤੋਂ ਲੈ ਕੇ 50% ਤੱਕ ਹੈ। ਬਿਲਕੁਲ। ਜਦੋਂ ਅਸੀਂ ਦੂਸਰੇ ਜ਼ੋਨ ਦੀ ਗੱਲ ਕਰਦੇ ਹਾਂ, ਜੇ ਉੱਥੇ ਇੰਡਸਟਰੀ ਆਂਦੀ ਆ ਤੇ 25% ਇਨਸੈਂਟਿਵ ਦਿੱਤਾ, 75% ਉੱਥੇ ਵੀ ਕੁਝ ਜਿਹੜੀ ਸਨਅਤ ਹੈ, ਖਾਸ ਤੌਰ ਦੇ ਉੱਤੇ ਜਿਹੜੀ ਐਗਰੋ ਇੰਡਸਟਰੀ ਹੈ, ਫੂਡ ਪ੍ਰੋਸੈਸਿੰਗ ਵਾਲੀ ਜਿਹੜੀ ਇੰਡਸਟਰੀ ਹੈ, ਉੱਥੇ ਜੇ ਲੱਗਦੀ ਹੈ, ਚਾਹੇ ਉਹ ਦੂਜੇ ਜ਼ੋਨ 'ਚ ਵੀ ਲੱਗਦੀ ਹੈ, ਉਹਨੂੰ ਜਿਹੜੀਆਂ ਰਿਆਇਤਾਂ ਨੇ ਉਹ ਪਹਿਲੇ ਜ਼ੋਨ ਵਾਲੀਆਂ ਮਿਲਣਗੀਆਂ। ਬਿਲਕੁਲ ਠੀਕ ਆ, ਕਿਉਂਕਿ ਇਹ
ਉਹੀ ਅਸੀਂ ਫਿਰ ਉਹੀ ਡਿਲੀਵਰੀ ਮੈਕੈਨਿਜ਼ਮ ਦਾ ਗੱਲ ਕਰਦੇ ਹਾਂ ਕਿ ਐਗਰੋ ਪ੍ਰੋਸੈਸਿੰਗ ਐਗਰੀਕਲਚਰ ਦੀ ਪ੍ਰੋਡਕਸ਼ਨ ਇੱਥੇ ਹੋ ਰਹੀ ਹੈ, ਕਾਟਨ ਇੱਥੇ ਹੋ ਰਹੀ ਹੈ, ਵੀਟ ਇੱਥੇ ਹੋ ਰਹੀ ਹੈ, ਕਾਟਨ ਦੀ ਪ੍ਰੋਸੈਸਿੰਗ ਬਾਹਰਲੇ ਸੂਬਿਆਂ 'ਚ ਹੋ ਰਹੀ ਹੈ, ਵੀਟ ਦੀ ਪ੍ਰੋਸੈਸਿੰਗ ਬਾਹਰਲੇ ਸੂਬਿਆਂ ਦੇ ਵਿੱਚ ਹੋ ਰਹੀ ਹੈ। ਅਲਟੀਮੇਟਲੀ ਐਗਰੋ ਪ੍ਰੋਡਕਸ਼ਨ ਦਾ ਵੈਲਿਊ ਐਡੀਸ਼ਨ ਆਪਣੇ ਸੂਬੇ ਨੂੰ ਨਹੀਂ ਮਿਲ ਰਿਹਾ। ਅਸੀਂ ਕਹਿੰਦੇ ਚਲੋ ਇਹਨਾਂ ਨੂੰ 100% ਵੀ ਦਿੱਤੀ, ਬਾਕੀ ਸਨਅਤਾਂ ਨੂੰ ਇਹਨਾਂ ਨੇ 25 ਤੋਂ 50 ਤੋਂ 75 ਤੋਂ 100% ਅਲੱਗ-ਅਲੱਗ ਕੈਟੇਗਰੀ ਦੇ ਵਿੱਚ ਵੰਡਿਆ। ਤੇ ਜੇ ਇੰਡਸਟਰੀ ਸਰਕਾਰ ਨੂੰ ਕੁਝ ਕਮਾ ਕੇ ਦਿੰਦੀ ਆ, ਕੁਝ ਉਹਨੂੰ ਵਾਪਸ ਹੋ ਗਿਆ, ਕੁਝ ਸਰਕਾਰ ਕੋਲੇ ਫੇਰ ਵੀ ਰਹਿ ਜਾਣਾ ਹੈਗਾ। ਤੇ ਜੇਕਰ ਅਸੀਂ ਇਹਦਾ ਇੱਕ ਗ੍ਰਾਫ ਬਣਾਵਾਂਗੇ ਪ੍ਰੋਗਰੈਸ ਦਾ ਤੇ ਰੈਵਨਿਊ ਜਨਰੇਸ਼ਨ ਦਾ ਤੇ ਰੈਵਨਿਊ ਇਨਸੈਂਟਿਵ ਦਾ, ਤੇ ਕਿਤੇ ਨਾ ਕਿਤੇ ਚੈੱਕ ਐਂਡ ਬੈਲੈਂਸ ਆ ਜਾਏਗਾ। ਮੈਨੂੰ ਇਹ ਪੂਰਾ ਵਿਸ਼ਵਾਸ ਹੈ। ਸਨਅਤ ਦੇ ਮਾਮਲੇ ਦੇ ਵਿੱਚ ਇੱਕ ਗੱਲ ਜਿਹੜੀ ਪੰਜਾਬ 'ਚ ਦਲੀਲ ਦਿੱਤੀ ਜਾਂਦੀ ਹੈ ਕਿ ਵੀ ਸਾਡੀ ਜਿਹੜੀ ਸਨਅਤ ਨੂੰ ਖੋਰਾ ਲੱਗਿਆ, ਉਹਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਸਾਡੇ ਗਵਾਂਢੀ ਸੂਬੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਰਿਆਇਤਾਂ ਮਿਲੀਆਂ ਹੋਈਆਂ ਨੇ ਜਿਹੜੀਆਂ ਕੇਂਦਰੀ ਪੈਕੇਜ ਦੇ ਤੌਰ ਦੇ ਉੱਤੇ ਆਈਆਂ ਨੇ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਪੰਜਾਬ ਦੀ ਸਨਅਤੀ ਨੀਤੀ ਹੈ ਵੀ ਉਹ ਗਵਾਂਢੀ ਸੂਬਿਆਂ ਨੂੰ ਜੋ ਫਾਇਦਾ ਸੀਗਾ ਉਹਦੇ ਬਰਾਬਰ ਸਾਡੇ ਸਨਅਤਕਾਰਾਂ ਨੂੰ ਫਾਇਦਾ ਹੋ ਗਿਆ, ਅਸੀਂ ਮੁਕਾਬਲੇ 'ਚ ਆ ਗਏ ਹਾਂ? ਕਾਫੀ ਹੱਦ ਤੱਕ ਅਸੀਂ ਆ ਗਏ ਹਾਂ। ਦੋ ਕਾਰਨ ਇਹਦੇ ਵਿੱਚ ਹੋ ਗਏ ਆ। ਇੱਕ ਤੇ ਜਿਹੜੇ ਗਵਾਂਢੀ ਸੂਬਿਆਂ ਨੂੰ ਖਾਸ ਕਰਕੇ ਹਿਮਾਚਲ ਨੂੰ ਜਿਹੜੀ ਇਨਸੈਂਟਿਵ ਮਿਲੇ ਹੋਏ ਸਨ ਉਹ ਪਿਛਲੇ 2 ਵਰਿਆਂ ਤੋਂ ਬੰਦ ਹੋ ਚੁੱਕੇ ਨੇ। ਸਿਰਫ ਇੱਕੋ ਹੀ ਇਨਸੈਂਟਿਵ ਜਿਹੜਾ ਕੇਂਦਰੀ ਸਰਕਾਰ ਵੱਲੋਂ ਆਇਆ ਹੋਇਆ ਉਹ ਇਨਕਮ ਟੈਕਸ ਦਾ ਬੈਨੀਫਿਟ ਆਇਆ ਹੈਗਾ। ਇਹਦੇ ਬਾਰੇ 'ਚ ਇਸ ਪਾਲਿਸੀ ਦੇ ਵਿੱਚ ਤੇ ਚਲੋ ਕੁਝ ਨਹੀਂ ਕਿਹਾ ਗਿਆ, ਪਰੰਤੂ ਮੈਂ ਇਹ ਸਮਝਦਾ ਹੈਗਾ ਕਿ ਉਧਰੋਂ ਕੁਝ ਇਨਸੈਂਟਿਵ ਘਟ ਗਏ, ਇਧਰੋਂ ਕੁਝ ਇਨਸੈਂਟਿਵ ਵੱਧ ਗਏ। ਜਿੱਥੋਂ ਤੱਕ ਤੇ ਪਲਾਨ ਦਾ ਸਵਾਲ ਹੈਗਾ ਉਹ ਕਾਫੀ ਹੱਦ ਤੱਕ ਰੁਕ ਜਾਏਗਾ। ਫਿਰ ਮੈਂ ਇੱਥੇ ਇੱਕ ਕੁਐਸਚਨ ਮਾਰਕ ਲੈ ਕੇ ਚੱਲਦਾ ਹੈਗਾ, ਉਹ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਹੈਗਾ ਡਿਲੀਵਰੀ ਮੈਕੈਨਿਜ਼ਮ। ਪਹਿਲੋਂ ਵੀ ਕੁਝ ਪਾਲਿਸੀਆਂ ਬਣੀਆਂ ਸਨ, ਉਹਨਾਂ ਦੇ ਵਿੱਚ ਵੀ ਕੁਝ ਨੈਗੇਟਿਵ ਪੁਆਇੰਟ ਸੀ, ਕੁਝ ਪੋਜ਼ਿਟਿਵ ਪੁਆਇੰਟ ਸੀ, ਪਰ ਉਹ ਪਾਲਿਸੀਆਂ ਪੋਜ਼ਿਟਿਵ ਪੁਆਇੰਟਸ ਤੇ ਵੀ ਫੇਲ ਹੋ ਗਈਆਂ ਸੀ ਕਿਉਂਕਿ ਉਹਨਾਂ ਨਾਲ ਜੁੜੇ ਹੋਏ ਡਿਲੀਵਰੀ ਮੈਕੈਨਿਜ਼ਮ ਪਾਲਿਸੀ ਦੀ ਇਨਸੈਂਟਿਵਸ ਨੂੰ ਸਨਅਤਕਾਰਾਂ ਤੱਕ ਪਹੁੰਚਾਉਣ ਦੀ ਜਿਹੜੀ ਵਿਵਸਥਾ ਸੀ ਉੱਥੇ ਉਹ ਫੇਲ ਹੋ ਗਈਆਂ। ਤੇ ਇਸ ਕਰਕੇ ਮੇਰੀ ਸਰਕਾਰ ਦੇ ਅੱਗੇ ਬੇਨਤੀ ਵੀ ਇਹ ਰਹੇਗੀ ਤੁਹਾਡੇ ਚੈਨਲ ਦੇ ਮਾਰਫਤ, ਚਾਹੇ ਮੈਂ ਕਹਿ ਰਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਆ ਕਿ ਜਿਹੜਾ ਹੁਲਾਰਾ ਇਹਨਾਂ ਨੇ ਦਿੱਤਾ ਇਸ ਪਾਲਿਸੀ ਦੇ ਵਿੱਚ, ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਸਮਝਣਗੇ, ਪਰੰਤੂ ਫਿਰ ਵੀ ਮੈਂ ਇੱਕ ਕੁਐਸਚਨ ਮਾਰਕ ਔਰ ਮੈਂ ਇੱਕ ਬੇਨਤੀ ਸਰਕਾਰ ਅੱਗੇ ਇਹ ਜ਼ਰੂਰ ਰੱਖੂੰਗਾ ਕਿ ਜਿੰਨੀ ਸੋਹਣੀ ਪਾਲਿਸੀ ਇਹਨਾਂ ਨੇ ਬਣਾਈ ਆ ਉਨੇ ਸੋਹਣੇ ਤੌਰ ਤਰੀਕੇ ਵੀ ਇਹ ਬਣਾ ਕੇ ਸਾਨੂੰ ਡਿਲੀਵਰੀ ਮੈਕੈਨਿਜ਼ਮ ਇਨਸ਼ੋਰ ਕਰਨਗੇ, ਤਾਂ ਕੋਈ ਕਾਰਨ ਨਹੀਂ ਹੈ ਕਿ ਫਿਸਕਲ ਡੈਫਿਸਿਟ ਜਿਹੜਾ ਇਹਦੇ ਤੇ ਖਰਚਾ ਆਉਣ ਵਾਲਾ ਹੈ ਉਹ ਇੰਡਸਟਰੀ ਹੀ ਇਹਨਾਂ ਨੂੰ ਕਮਾ ਕੇ। ਜੀ ਮੈਮ, ਇੱਕ ਜਿਹੜਾ ਇਹਨਾਂ ਨੇ ਦਾਅਵਾ ਕੀਤਾ ਸਨਅਤੀ ਨੀਤੀ ਦੇ ਵਿੱਚ ਉਹ ਇਹ ਹੈ ਕਿ ਵੀ 2 ਲੱਖ ਕਰੋੜ ਰੁਪਏ ਦਾ ਜਿਹੜਾ ਨਿਵੇਸ਼ ਹੈ ਉਹ ਇਸ ਨੀਤੀ ਤਹਿਤ ਅਗਲੇ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਆ ਸਕੇਗਾ। ਤੁਸੀਂ ਕੀ ਕਹਿਣਾ ਚਾਹੋਗੇ? ਅਜੇ ਤਾਂ ਇਹਦੇ ਬਾਰੇ ਕੁਝ ਕਹਿਣਾ ਬਹੁਤ ਪ੍ਰੀਮੈਚੁਰ ਹੈ, ਪਰ ਜੇ ਪੋਜ਼ਿਟਿਵ ਲੈ ਕੇ ਚੱਲੀਏ ਔਰ ਜੇ ਐਕਸਪੈਕਟੇਸ਼ਨ ਸਮਝੀਏ ਕਿ ਪੂਰੀ ਉਤਰੇਗੀ ਤਾਂ ਇਹ ਬਹੁਤ ਅੱਛੀ ਗੱਲ ਹੈ। ਪਰ ਇੱਥੇ ਮੇਰੇ ਇੱਕ ਜ਼ਿਹਨ ਦੇ ਵਿੱਚ ਚੀਜ਼ ਆਉਂਦੀ ਹੈ ਜਿਹੜੀ ਕਿ ਪੰਜਾਬ ਦੇ ਬਾਰੇ ਬਾਹਰਲੀ ਸਟੇਟਸ ਦੇ ਵਿੱਚ ਵੀ ਔਰ ਆਪਣੇ ਇੰਡਸਟਰੀਅਲਿਸਟ ਦੇ ਵਿੱਚ ਵੀ ਬਹੁਤ ਜ਼ਿਆਦਾ ਦਿਮਾਗ ਵਿੱਚ ਬੈਠ ਚੁੱਕੀ ਹੈ। ਉਹ ਹੈ ਪਰਸੈਪਸ਼ਨ ਗਵਰਨਮੈਂਟ ਦੀ ਕਿ ਫੰਕਸ਼ਨਿੰਗ ਗਵਰਨਮੈਂਟ ਦੀ ਕਿਸ ਤਰ੍ਹਾਂ ਹੈ ਜਾਂ ਕਰਪਸ਼ਨ ਦਾ ਇੰਡੈਕਸ ਕੀ ਹੈ ਪੰਜਾਬ ਦੇ ਵਿੱਚ। ਅਨਫੋਰਚੂਨੇਟਲੀ ਪਿਛਲੇ 8-10 ਸਾਲਾਂ ਦੇ ਵਿੱਚ ਪੰਜਾਬ ਦੀ ਜਿਹੜੀ ਇਮੇਜ ਹੈ ਉਹ ਬਹੁਤ ਜ਼ਿਆਦਾ ਨੀਚੇ ਆ ਚੁੱਕੀ ਹੈ, ਜਦੋਂ ਕਿ ਇਹ ਚੀਜ਼ ਕਦੇ ਪੰਜਾਬ ਨਾਲ ਪਹਿਲੇ ਜੁੜੀ ਨਹੀਂ ਸੀ ਹੁੰਦੀ। ਕਿਸ ਮਾਮਲੇ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਵੀ ਨੀਚੇ ਕਰਪਸ਼ਨ ਦੇ ਵਿੱਚ, ਸਰਵਿਸ ਡਿਲੀਵਰੀ ਦੇ ਵਿੱਚ, ਕੁਆਲਿਟੀ ਆਫ ਗਵਰਨੈਂਸ ਦੇ ਵਿੱਚ, ਕਿਉਂਕਿ ਅਸੀਂ ਲੋਕ ਜਿਹੜਾ ਇਕਨੋਮਿਕ ਐਨਾਲਿਸਿਸ ਕਰਦੇ ਹਾਂ ਕਿ ਕਿੰਨੀ ਐਕਸਪੈਕਟਿਡ ਇਨਵੈਸਟਮੈਂਟ ਹੈ ਔਰ ਕਿੰਨੀ ਐਕਚੁਅਲ ਇਨਵੈਸਟਮੈਂਟ ਹੈ, ਉਹਦੇ ਵਿੱਚ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਸਿਰਫ ਕੰਸੈਸ਼ਨਸ ਦੇਣ ਨਾਲ ਹੀ ਕੋਈ ਇੱਥੇ ਨਹੀਂ ਆਏਗਾ। ਜੇ ਉਹਨਾਂ ਦੇ ਮਨ ਦੇ ਵਿੱਚ ਇਹ ਹੋਏਗਾ ਕਿ ਕੰਸੈਸ਼ਨ ਸਾਨੂੰ ਸੌਖੇ ਮਿਲ ਜਾਣਗੇ ਫਿਰ ਤਾਂ ਕੋਈ ਆਣਾ ਇੱਥੇ ਪਸੰਦ ਕਰੇਗਾ। ਜੇ ਉਹਨਾਂ ਨੂੰ ਇਹ ਲੱਗੇਗਾ ਕਿ ਵੀ ਅਸੀਂ ਆਵਾਂਗੇ, ਖੱਜਲ ਖੁਆਰੀ ਹੋਏਗੀ, ਕੰਸੈਸ਼ਨ ਮਿਲਣਗੇ ਨਹੀਂ ਮਿਲਣਗੇ, ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਵੈਟ ਰਿਫੰਡ ਨੂੰ ਲੈ ਕੇ ਪੰਜਾਬ ਦੀ ਇੰਡਸਟਰੀ ਨੂੰ ਕਾਫੀ ਦਿੱਕਤਾਂ ਆਈਆਂ ਨੇ। ਜਦੋਂ ਵੀ ਪ੍ਰੋਮਿਸ ਕੀਤਾ ਹੈ ਗਵਰਨਮੈਂਟ ਨੇ ਕਿ ਵੀ ਅਸੀਂ ਵੈਟ ਦਾ ਰਿਫੰਡ ਦੇਵਾਂਗੇ ਔਰ ਵੈਟ ਦਾ ਰਿਫੰਡ ਸਾਲੋਂ ਸਾਲ ਮਿਲਿਆ ਹੀ ਨਹੀਂ। ਤੇ ਇਸ ਤਰ੍ਹਾਂ ਦੀਆਂ ਜੇ ਗੱਲਾਂ ਜਿਹੜੀਆਂ ਧੁੰਮੀਆਂ ਹੋਈਆਂ ਹੈ ਸਰਕਾਰ ਦੇ ਰਵੱਈਏ ਨੂੰ ਲੈ ਕੇ, ਉਹ ਚੀਜ਼ਾਂ ਨੂੰ ਵੀ ਬਦਲਣਾ ਬਹੁਤ ਜ਼ਰੂਰੀ ਹੈ। ਜੀ, ਮਤਲਬ ਜਿੰਨੀ ਦੇਰ ਸਰਕਾਰ ਇਹ ਯਕੀਨੀ ਨਹੀਂ ਬਣਾਉਂਦੀ ਕਿ ਅਸੀਂ ਜੋ ਕਹਿ ਰਹੇ ਹਾਂ ਉਹ ਕਰਾਂਗੇ ਉਨੀ ਦੇਰ ਤੱਕ ਨਹੀਂ ਦਿਖਾਉਂਦੇ। ਜੀ, ਸਾਡੇ ਨਾਲ ਜੁੜੇ ਹੋਏ ਨੇ ਸੰਜੀਵ ਪਾਵਾ ਜੀ ਜਿਹੜੇ CII ਦੇ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਦੇ। ਸੰਜੀਵ ਜੀ, ਮੈਂ ਤੁਹਾਤੋਂ ਇਹ ਜਾਣਨਾ ਚਾਹਾਂਗਾ ਕਿ ਜਿੰਨੀ ਵੀ ਜਾਣਕਾਰੀ ਸਾਡੇ ਕੋਲ ਆਈ ਆ ਹੁਣ ਤੱਕ ਸਨਅਤੀ ਨੀਤੀ ਬਾਰੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਤੌਰ ਸਨਅਤਕਾਰ? ਇਸ ਤਰ੍ਹਾਂ ਜੀ ਬਹੁਤ ਕਹਾਂਗਾ ਕਿ ਇੱਕ ਤਾਂ ਬਹੁਤ
पॉजिटिव एक हैगा स्टेप की गवर्नमेंट ने एक पॉजिटिव स्टेप लिता है पंजाब विच इन्वेस्टमेंट अट्रैक्ट करन वास्ते ते अलग-अलग सैक्टर मैन्युफैक्चरिंग सैक्टर खासकर मैन्युफैक्चरिंग सैक्टर ते एम्फेसिस है टैक्सटाइल ते एम्फेसिस हैगा एग्रो प्रोसैसिंग ते बड़ा इंसेंटिव हैगा ते एग्रो प्रोसैसिंग की जरूरत भी है पंजाब नूं ਜੀ ਤੇ ਜਿਹੜਾ ਬੈਕਵਰਡ ਐਂਡ ਬਾਰਡਰ ਏਰੀਆਜ਼ ਤੇ ਜਿਹੜੇ ਸਪੈਸ਼ਲ ਇਨਸੈਂਟਿਵਸ ਨੇ ਜੀ ਉਹਨਾਂ ਨਾਲ ਥੋੜੀ ਗਰੋਥ ਪੰਜਾਬ ਦੀ ਬੈਲੈਂਸ ਹੋ ਜਾਏਗੀ ਤੇ ਉਹ ਮੈਂ ਸਮਝਣਾ ਕਿ ਇੱਕ ਬਹੁਤ ਵੈਲਕਮ ਸਟੈਪ ਹੈਗਾ ਜੀ ਸਰਕਾਰ ਦਾ ਤੋ ਲੈਟਸ ਹੋਪ ਕਿ ਉਹਦੇ ਰਿਜ਼ਲਟ ਕੀ ਆਣਗੇ ਉਹ ਤਾਂ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ ਤੇ ਬਟ ਮਤਲਬ ਇੱਕ ਬਹੁਤ ਅੱਛਾ ਮੈਂ ਸਮਝਣਾ ਸਟੈਪ ਹੈਗਾ ਸੰਜੀਵ ਜੀ ਤੁਸੀਂ ਜਦੋਂ ਇਹ ਸਨਅਤੀ ਨੀਤੀ ਦਾ ਐਲਾਨ ਹੋਣ ਵਾਲਾ ਸੀ ਤੁਸੀਂ ਕੀ ਤਵੱਕੋਂ ਕਰਦੇ ਸੀ ਕੀ ਤੁਹਾਡੀ ਉਮੀਦ ਪੂਰੀ ਹੋਈ ਹੈ ਜਾਂ ਉਹ ਤੋਂ ਜ਼ਿਆਦਾ ਜਾਂ ਘੱਟ ਇਸ ਦੇ ਵਿੱਚ ਕੀਤਾ ਗਿਆ ਨਹੀਂ ਕੁਝ ਤਾਂ ਮੇਰਾ ਖਿਆਲ ਅੱਛੀਆਂ ਗੱਲਾਂ ਇਹਦੇ ਚ ਕਾਫੀ ਨੇ ਮੇਰਾ ਖਿਆਲ ਇਨਵੈਸਟਮੈਂਟ ਨੂੰ ਇੰਸਪਾਇਰ ਕਰਨ ਵਾਸਤੇ ਪੰਜਾਬ ਵਿੱਚ ਕਾਫੀ ਇਨਵੈਸਟਮੈਂਟ ਹੈਗੀਆਂ ਨੇ ਪਰ ਇੱਕ ਮੈਂ ਸਮਝਣਾ ਕਿ ਜਿਹੜੀ ਕੁਝ ਇੱਕ ਦੋ ਗੱਲਾਂ ਨੇ ਜਿਹੜੀਆਂ ਜਿੱਦਾਂ ਐਸਐਮਈਜ਼ ਨੂੰ ਉਹਨਾਂ ਨੇ ਇਨਸੈਂਟਿਵ ਘੱਟ ਦਿੱਤਾ ਹੈ ਤੇ ਲਾਰਜ ਸਕੇਲ ਨੂੰ ਇਨਸੈਂਟਿਵ ਜ਼ਿਆਦਾ ਦਿੱਤਾ ਹੈ ਜਦ ਕਿ ਪੰਜਾਬ ਦੀ ਜਿਹੜੀ ਮੇਨ ਇੰਡਸਟਰੀ ਹੈਗੀ ਉਹ ਐਸਐਮਈ ਸੈਕਟਰ ਹੈਗੀ ਹੈ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਜਿਹੜੇ ਛੋਟੇ ਹੈਗੇ ਨੇ ਤੇ ਇਨਵੈਸਟਮੈਂਟ ਜਿੰਨੇ ਚ ਘੱਟ ਹੈ ਤੇ ਉਹਨਾਂ ਵਿੱਚ ਜਿਹੜੇ ਇਨਸੈਂਟਿਵ ਦਾ ਜਿਹੜਾ ਲੈਵਲ ਹੈਗਾ ਜਿਹੜਾ ਸਲੈਬ ਹੈਗਾ ਜੇ ਤੁਸੀਂ ਦੇਖੋ ਤੇ ਅਲੱਗ-ਅਲੱਗ ਇਨਵੈਸਟਮੈਂਟ ਸਲੈਬਸ ਤੇ ਅਲੱਗ-ਅਲੱਗ ਇਨਸੈਂਟਿਵ ਨੇ ਜਿੱਦਾਂ 5 ਕਰੋੜ ਦਾ ਹੋ ਰਹੇ 50 ਦਾ ਹੋ ਰਹੇ 100 ਕਰੋੜ ਦਾ ਹੋ ਰਹੇ ਜੀ ਤੋ ਇਸ ਕਰਕੇ ਜਿਹੜੀ ਸਮਾਲ ਜਿਹੜੀ ਇੰਡਸਟਰੀ ਹੈਗੀ ਹੈ ਉਹਦਾ ਜਿਹੜਾ ਇਨਸੈਂਟਿਵ ਘੱਟ ਰੱਖਿਆ ਉਹ ਥੋੜਾ ਜਿਹਾ ਅਸੀਂ ਚਾਹਾਂਗੇ ਕਿ ਗਵਰਨਮੈਂਟ ਇਸ ਚੀਜ਼ ਨੂੰ ਕਰੈਕਟ ਕਰੇ ਮਤਲਬ ਉਹ ਇਨਸੈਂਟਿਵ ਸਲੈਬ ਨੂੰ ਜਿੰਨਾ ਹੀ ਭਾਵੇਂ ਇਨਵੈਸਟਮੈਂਟ 5 ਦੀ ਹੋਏ ਭਾਵੇਂ 500 ਦੀ ਹੋਏ ਜੀ ਉਹ ਇਨਸੈਂਟਿਵ ਸਲੈਬ ਤਾਂ ਇੱਕੋ ਜਿਹਾ ਹੋਣਾ ਚਾਹੀਦਾ ਤੇ ਇਹ ਜ਼ਰੂਰ ਅਸੀਂ ਐਕਸਪੈਕਟ ਕਰਨੇ ਆ ਜੀ ਸੰਜੀਵ ਜੀ ਮੈਂ ਕਹਾਂਗਾ ਕਿ ਜੀ ਸੰਜੀਵ ਜੀ ਜਦੋਂ ਅਸੀਂ ਪੰਜਾਬ ਦੀ ਜਿਹੜੀ ਰਵਾਇਤੀ ਸਨਅਤ ਦੀ ਗੱਲ ਕਰਦੇ ਹਾਂ ਚਾਹੇ ਉਹ ਲੁਧਿਆਣੇ ਦੀ ਹੋਵੇ ਚਾਹੇ ਗੋਬਿੰਦਗੜ੍ਹ ਦੀ ਚਾਹੇ ਬਟਾਲੇ ਦੀ ਹੋਵੇ ਚਾਹੇ ਜਲੰਧਰ ਦੀ ਹੋਵੇ ਉਹ ਆਮ ਤੌਰ ਦੇ ਉੱਤੇ ਛੋਟੀਆਂ ਇਕਾਈਆਂ ਹੈਗੀਆਂ ਨੇ ਤੇ ਉਹਨਾਂ ਦੇ ਉੱਤੇ ਕੀ ਅਸਰ ਪਏਗਾ ਇਸ ਸਨਅਤੀ ਨੀਤੀ ਨਾਲ ਨਹੀਂ ਉਹ ਤਾਂ ਦੇਖੋ ਅਸਰ ਹੈ ਵੀ ਕਿ ਉਹਦਾ ਵਾਸਤੇ ਵੀ ਇਨਸੈਂਟਿਵ ਅਨਾਉਂਸ ਕੀਤੇ ਨੇ ਰਿਬੇਟ ਤਾਂ ਉਹਨਾਂ ਵਾਸਤੇ ਵੀ ਅਨਾਉਂਸ ਕੀਤਾ ਇਨਸੈਂਟਿਵ ਹੈ ਬਟ ਉਹਨਾਂ ਦਾ ਸਲੈਬ ਬਹੁਤ ਘੱਟ ਹੈਗਾ ਜੀ ਤੇ ਉਹਨਾਂ ਨੂੰ ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਸਲੈਬ ਹੈ ਤੇ ਵੱਡੇ ਜਿਹੜੇ ਸਲੈਬ ਹੈ ਉਹ ਬਰਾਬਰ ਕਰਨਾ ਚਾਹੀਦਾ ਗਵਰਨਮੈਂਟ ਜੀ ਸੰਜੀਵ ਜੀ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰੋਫੈਸਰ ਸਾਨੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਕੁਝ ਚੀਜ਼ਾਂ ਨੇ ਉਹ ਸਰਕਾਰ ਲਗਾਤਾਰ ਵਾਰ-ਵਾਰ ਕਹਿੰਦੀ ਹੈ ਜਿਵੇਂ ਜਿਹੜਾ ਐਗਰੋ ਬੇਸਡ ਜਿਹੜੀ ਇੰਡਸਟਰੀ ਹੈ ਵੱਖਰੀਆਂ ਨੀਤੀਆਂ ਤਹਿਤ ਚਾਹੇ ਉਹ ਖੇਤੀ ਦੀ ਖੜੋਤ ਨੂੰ ਤੋੜਨ ਦਾ ਮਾਮਲਾ ਹੋਵੇ ਚਾਹੇ ਸਨਅਤ ਦੀ ਖੜੋਤ ਨੂੰ ਤੋੜ ਕੇ ਨਵੀਂ ਸਨਅਤ ਦਾ ਗੱਲ ਹੋਵੇ ਇਹ ਲਗਾਤਾਰ ਤਕਰੀਬਨ 10-12 ਸਾਲ ਤੋਂ ਲਗਾਤਾਰ ਹੋ ਰਹੀ ਹੈ ਉਸੇ ਤਰੀਕੇ ਨਾਲ ਜਿਹੜਾ ਸਾਡਾ ਸਰਹੱਦੀ ਇਲਾਕਾ ਹੈ ਉਹਦੇ ਵਿੱਚ ਸਨਅਤ ਦਾ ਵਿਕਾਸ ਹੋਣਾ ਚਾਹੀਦਾ ਇਹ ਗੱਲ ਵੀ ਹੋ ਰਹੀ ਹੈ ਮਤਲਬ ਇਹ ਗੱਲ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਮਲੀ ਰੂਪ ਦੇਣ ਵੱਲ ਇੱਕ ਇਹ ਕਦਮ ਮੰਨਿਆ ਜਾ ਸਕਦਾ ਇਸ ਨੂੰ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਤਾਂ ਇਹਦੇ ਤੋਂ ਪੋਜ਼ਿਟਿਵ ਐਕਸਪੈਕਟੇਸ਼ਨ ਲੈ ਕੇ ਹੀ ਚੱਲਦੇ ਹਾਂ ਪਰ ਫਿਰ ਵੀ ਜਿਹੜੀ ਹਿਸਟਰੀ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਸਾਨੂੰ ਐਗਰੋ ਪ੍ਰੋਸੈਸਿੰਗ ਦੀ ਡਿਵੈਲਪਮੈਂਟ ਐਗਰੋ ਪ੍ਰੋਸੈਸਿੰਗ ਇੰਡਸਟਰੀ ਦੀ ਡਿਵੈਲਪਮੈਂਟ ਬਹੁਤ ਪਹਿਲੇ ਕਰਨੀ ਚਾਹੀਦੀ ਸੀ ਔਰ ਜਿਹੜੀ ਕਿ ਅਸੀਂ ਉਹਦੇ ਵੱਲ ਬਹੁਤਾ ਧਿਆਨ ਕਦੇ ਦਿੱਤਾ ਨਹੀਂ ਮੈਂ ਸਿਰਫ ਸਵਾਲ ਇਹ ਇਸ ਕਰਕੇ ਪੁੱਛ ਰਿਹਾ ਕਿਉਂਕਿ ਜਿਹੜੀ ਖਾਸ ਤੌਰ ਦੇ ਉੱਤੇ ਖੇਤੀ ਨਾਲ ਜੁੜੀ ਹੋਈ ਆਪਾਂ ਸਨਅਤ ਦੀ ਗੱਲ ਕਰਦੇ ਹਾਂ ਉਹ ਜਦੋਂ ਵੀ ਖੇਤੀ ਦੀ ਗੱਲ ਹੁੰਦੀ ਆ ਉਹ ਗੱਲ ਆਉਂਦੀ ਆ ਉਹਦੇ 'ਚ ਇੱਕ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਅਸੀਂ ਇਹਦੇ ਵਿੱਚ ਵੀ ਸ਼ਾਇਦ ਨਹੀਂ ਹੈ ਪਤਾ ਨਹੀਂ ਮੈਂ ਅਜੇ ਇਹਨੂੰ ਪੂਰੀ ਤਰ੍ਹਾਂ ਦੇਖਿਆ ਨਹੀਂ ਕਿ ਐਗਰੋ ਪ੍ਰੋਸੈਸਿੰਗ ਇੰਡਸਟਰੀ ਤਾਂ ਡਿਵੈਲਪ ਕਰੇਗੀ ਜੇ ਅਸੀਂ ਨਵਾਂ ਇਨਫਰਾਸਟ੍ਰਕਚਰ ਕ੍ਰੀਏਟ ਕਰਾਂਗੇ ਕਿਉਂਕਿ ਐਗਰੋ ਪ੍ਰੋਸੈਸਿੰਗ ਵਾਸਤੇ ਸਪੈਸ਼ਲਾਈਜ਼ਡ ਇਨਫਰਾਸਟ੍ਰਕਚਰ ਚਾਹੀਦਾ ਹੈ ਤਾਂ ਕਿ ਜਿਹੜੀ ਵੀ ਚੀਜ਼ ਤੁਸੀਂ ਖੇਤ ਤੋਂ ਲੈ ਕੇ ਇੰਡਸਟਰੀ ਤੱਕ ਪਹੁੰਚਾਣੀ ਹੈ ਜਾਂ ਫੈਕਟਰੀ ਤੱਕ ਪਹੁੰਚਾਣੀ ਹੈ ਫਿਰ ਉਸ ਤੋਂ ਬਾਅਦ ਪ੍ਰੋਸੈਸਿੰਗ ਹੋ ਕੇ ਮਾਰਕੀਟ ਤੱਕ ਜਾਣੀ ਹੈ ਉਹਦੇ ਵਾਸਤੇ ਇੱਕ ਐਡਵਾਂਸਡ ਟੈਕਨੋਲੋਜੀ ਨਾਲ ਐਗਰੀ ਇਨਫਰਾਸਟ੍ਰਕਚਰ ਬਣਨਾ ਚਾਹੀਦਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਖੇਤੀ ਨੀਤੀ ਦਾ ਵੀ ਐਲਾਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਖੇਤੀ ਵਿੱਚ ਵੰਨ-ਸੁਵੰਨਤਾ ਲਿਆਈ ਜਾਏਗੀ ਉਹਦੇ ਲਈ ਵੀ ਜ਼ੋਨ ਬਣਾਉਣ ਦੀ ਗੱਲ ਹੋ ਰਹੀ ਹੈ ਕਿ ਇਸ ਇਲਾਕੇ ਦੇ ਵਿੱਚ ਜਿਹੜੀ ਕਿਸ ਕਿਸਮ ਦੀਆਂ ਫਸਲਾਂ ਹੋਣਗੀਆਂ ਤੁਹਾਨੂੰ ਕੀ ਲੱਗਦਾ ਕਿ ਇਹ ਦੋਨਾਂ ਦਾ ਕੋਈ ਕਿਤੇ ਨਾ ਕਿਤੇ ਸੁਮੇਲ ਬਣਦਾ ਅਜੇ ਤੇ ਅਸੀਂ ਬਹੁਤਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਜਿੱਥੋਂ ਤੱਕ ਡਾਈਵਰਸਿਫਿਕੇਸ਼ਨ ਦਾ ਸਵਾਲ ਹੈ ਕਿਉਂਕਿ ਇਹਨਾਂ ਨੇ ਪੂਰਾ ਜਿਹੜਾ ਕੰਡੀ ਵਾਲਾ ਇਲਾਕਾ ਹੈ ਤੇ ਪੂਰਾ ਜਿਹੜਾ ਸਰਹੱਦੀ ਜਿਹੜਾ ਇਲਾਕਾ ਹੈ ਉਹ ਇੱਕ ਨੰਬਰ ਜ਼ੋਨ ਦੇ ਵਿੱਚ ਆਇਆ ਜ਼ੋਨ 'ਚ ਰੱਖਿਆ ਔਰ ਉਹਨੂੰ ਪ੍ਰਾਇੋਰਟੀ ਦਿੱਤੀ ਹੈ ਤੇ ਉਧਰ ਵੀ ਡਾਈਵਰਸਿਫਿਕੇਸ਼ਨ ਵਾਲੇ ਪਾਲਿਸੀ ਦੇ ਵਿੱਚ ਵੀ ਪ੍ਰਾਇੋਰਟੀ ਦਿੱਤੀ ਹੈ ਪਰ ਜਿੱਥੋਂ ਤੱਕ ਡਾਈਵਰਸਿਫਿਕੇਸ਼ਨ ਦਾ ਸਵਾਲ ਹੈ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਅਸੀਂ ਬਹੁਤ ਸਾਲਾਂ ਤੋਂ ਇਹਦੇ ਬਾਰੇ ਗੱਲ ਕਰ ਰਹੇ ਹਾਂ ਇੱਕ ਤਾਂ ਇਹਦੇ ਤੇ ਸਾਡਾ ਕੋਈ ਕੰਸੈਂਸਸ ਨਹੀਂ ਹੈ ਕੰਸੈਂਸਸ ਇਸ ਕਰਕੇ ਨਹੀਂ ਹੈ ਕਿ ਜਦ ਤੱਕ ਮਿਨੀਮਮ ਪ੍ਰੋਕਿਉਰਮੈਂਟ ਪ੍ਰਾਈਸ ਹੀ ਅਸੀਂ ਬਾਕੀ ਦੀਆਂ ਪ੍ਰੋਡਿਊਸ ਨੂੰ ਨਹੀਂ ਦਵਾਂਗੇ ਤਾਂ ਪੰਜਾਬ ਦਾ ਕਿਸਾਨ ਉਹ ਬੀਜੇਗਾ ਹੀ ਨਹੀਂ
ਉਹ ਵੀਟ ਐਂਡ ਰਾਈਸ ਹੀ ਬੀਜੇਗਾ। ਤੇ ਦੂਸਰੀ ਚੀਜ਼ ਇਹ ਹੈਗੀ ਹੈ ਕਿ ਫੂਡ ਸਿਕਿਉਰਿਟੀ ਦੀ ਗੱਲ ਆ ਜਾਂਦੀ ਹੈ ਕਿ ਮੰਨ ਲਓ ਅਸੀਂ ਪੋਜ਼ਿਟਿਵ ਲੈ ਕੇ ਚੱਲੀਏ, ਮਤਲਬ ਇਸੇ ਕਿਸਮ ਦੇ ਜਿਹੜੇ ਇਨਸੈਂਟਿਵ ਜਿਹੜੇ ਸਨਅਤੀ ਨੀਤੀ 'ਚ ਦਿੱਤੇ ਗਏ ਨੇ, ਜੇ ਖੇਤੀ ਨੀਤੀ ਦੇ ਵਿੱਚ ਜਾਣਗੇ ਤਾਂ ਕਿਤੇ ਮੇਲ ਹੋਏਗਾ। ਹਾਂ, ਇੰਟੀਗ੍ਰੇਸ਼ਨ ਬਹੁਤ ਜ਼ਰੂਰੀ ਹੈ ਔਰ ਸਪੈਸ਼ਲਾਈਜ਼ਡ ਇਨਫਰਾਸਟ੍ਰਕਚਰ ਬਹੁਤ ਜ਼ਰੂਰੀ ਹੈ। ਬਹੁਤ ਸਾਰੀ ਇਨਵੈਸਟਮੈਂਟ ਸਰਕਾਰ ਨੂੰ ਕਰਨੀ ਪਏਗੀ ਜਿਹੜੀ ਕਿ ਪੀਪੀਪੀ ਮੋਡ ਤੋਂ ਕਰ ਸਕਦੇ ਨੇ ਔਰ ਪੋਸੀਬਿਲਿਟੀ ਬਹੁਤ ਹੈ। ਇਹ ਨਹੀਂ ਹੈ ਕਿ ਵੀ ਹੋ ਨਹੀਂ ਸਕਦਾ, ਹੋ ਸਭ ਕੁਝ ਸਕਦਾ ਹੈ, ਪਰ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਅਸੀਂ ਕਿੰਨਾ ਕੁ ਕਰਨਾ ਚਾਹੁੰਦੇ ਹਾਂ ਔਰ ਕਿੰਨਾ ਕੁ ਅਸੀਂ ਸਿਰਫ ਪੇਪਰ ਤੇ ਦਿਖਾ ਰਹੇ ਹਾਂ। ਰਾਕੇਸ਼ ਜੀ, ਜਿਵੇਂ ਜਦੋਂ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਨਅਤ ਬਾਰੇ ਗੱਲ ਕੀਤੀ ਹੈ ਤੇ ਇੱਕ ਗੱਲ ਇਹ ਹੁੰਦੀ ਸੀ ਕਿ ਤੁਹਾਨੂੰ ਜਿੰਨੀਆਂ ਪਰਮਿਸ਼ਨਸ ਜਾਂ ਜਿੰਨੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ ਉਹ ਇੱਕ ਬਹੁਤ ਵੱਡਾ ਮਸਲਾ ਹੈ। ਇਹਦੇ ਵਿੱਚ ਦਾਅਵਾ ਤਾਂ ਕੀਤਾ ਗਿਆ ਹੈ ਇਸ ਨੀਤੀ ਦੇ ਵਿੱਚ ਕਿ ਇਹ ਸਿੰਗਲ ਵਿੰਡੋ ਤੋਂ ਸਾਰੀਆਂ ਪਰਮਿਸ਼ਨਸ ਮਿਲਣਗੀਆਂ, ਪਰ ਹਾਲੇ ਤੱਕ ਪੰਜਾਬ ਦੇ ਵਿੱਚ ਸਿਰਫ 2 ਜ਼ਿਲ੍ਹਿਆਂ ਦੇ ਵਿੱਚ ਹੀ ਉਹ ਤਜਰਬਾ ਚੱਲ ਰਿਹਾ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਉਹ ਲਾਗੂ ਹੋਣਾ ਹੈ। ਉਸੇ ਤਰੀਕੇ ਨਾਲ ਬਿਜਲੀ ਦਾ ਮਸਲਾ ਹੈ, ਉਸ ਦੇ ਨਾਲ ਜਿਹੜੇ ਖਦਸ਼ੇ ਨੇ ਵੀ ਜੋ ਇਹ ਕਿਹਾ ਗਿਆ ਹੈ ਇਹਨੂੰ ਕਰਨ ਲਈ ਜੋ ਦਰਕਾਰ ਤੁਹਾਨੂੰ ਸੋਮੇ ਨੇ, ਚਾਹੇ ਉਹ ਬਿਜਲੀ ਹੋਵੇ, ਚਾਹੇ ਪੈਸਾ ਹੋਵੇ, ਚਾਹੇ ਬਾਕੀ ਇਨਫਰਾਸਟ੍ਰਕਚਰ ਹੋਵੇ, ਉਹਦੀ ਘਾਟ ਲੱਗਦੀ ਕਿਤੇ ਨਾ ਕਿਤੇ। ਮੈਂ ਤੁਹਾਡੇ ਨਾਲ ਇਹ ਕੰਸਰਨ ਬਤੌਰ ਨੁਮਾਇੰਦਾ ਇੰਡਸਟਰੀ ਜ਼ਰੂਰ ਕਰਦਾ ਜੀ, ਪਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜੋ ਹਮਾਰਾ ਇਹਨਾਂ ਨੇ ਪਾਲਿਸੀ ਬਣਾਉਣ 'ਚ ਸ਼ੋਅ ਕੀਤਾ ਹੈ ਜੀ, ਉੱਥੋਂ ਸ਼ਾਇਦ ਇਹ ਨਜ਼ਰ ਆਉਣ ਲੱਗ ਗਿਆ ਹੈ ਜੀ ਕਿ ਸਰਕਾਰ ਹੁਣ ਬਹੁਤ ਜ਼ਿਆਦਾ ਪ੍ਰੋਐਕਟਿਵ ਟੂ ਇੰਡਸਟਰੀ ਸੋਚ ਰਹੀ ਆ ਤੇ ਜੇ ਇਸੇ ਸੋਚ ਨੂੰ ਅਸੀਂ ਐਕਸਟਰਾਪੋਲੇਟ ਡਿਲੀਵਰੀ ਮੈਕੈਨਿਜ਼ਮ 'ਚ ਲੈ ਕੇ ਜਾਂਦੇ ਆ ਕਰਦੇ ਆ ਤਾਂ ਮੈਨੂੰ ਤਾਂ ਪੂਰੀ ਉਮੀਦ ਆ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਕੁਛ ਨਾ ਕੁਛ ਚੇਂਜਿਸ ਆਉਣਗੇ। ਇੱਕ ਚੀਜ਼ ਨੂੰ ਸਾਨੂੰ ਲੈ ਕੇ ਚੱਲਣਾ ਚਾਹੀਦਾ ਹੈ, ਉਹ ਆ ਕਿ ਕੋਈ ਵੀ ਨਵਾਂ ਉਦਯੋਗਪਤੀ ਜਾਂ ਇੰਡਸਟਰੀਲਿਸਟ ਜਦੋਂ ਆਉਂਦਾ ਉਹਨੂੰ ਅਸੀਂ ਉਦਮੀ ਕਹਿੰਦੇ ਆ ਜੀ। ਉਦਮੀ ਮਤਲਬ ਉਹ ਉਦਮ ਲੈ ਕੇ ਆਉਂਦਾ ਜੀ, ਤੇ ਸਰਕਾਰ ਤੇ ਬਸ ਛੋਟੀ ਜੀ ਉਂਗਲੀ ਫੜ ਲੇ ਤੇ ਬਾਕੀ ਤੇ ਉਹ ਫਿਰ ਕਰ ਹੀ ਜਾਂਦਾ ਹੈਗਾ ਜੀ। ਤੇ ਇਸ ਚੀਜ਼ ਤੋਂ ਜੋ ਇਹ ਪਾਲਿਸੀ ਦੇ ਵਿੱਚ ਇਹਨਾਂ ਨੇ ਡੈਕਲੇਰੇਸ਼ਨਸ ਦਿੱਤੀਆਂ ਨੇ ਜਾਂ ਚੀਜ਼ਾਂ ਕਹੀਆਂ ਨੇ ਤੇ ਮੈਂ ਬੜਾ ਪੋਜ਼ਿਟਿਵ ਹਾਂ। ਮੈਂ ਸੋਚਦਾ ਜਿਸ ਤਰ੍ਹਾਂ ਸਾਡੀਆਂ ਮੀਟਿੰਗਾਂ ਵੀ ਇੰਡਸਟਰੀ ਮਿਨਿਸਟਰ ਸਾਹਿਬ ਨਾਲ ਵੀ ਹੋਈਆਂ ਨੇ ਜੀ ਤੇ ਜਾਂ NK ਸ਼ਰਮਾ ਜੀ ਦੇ ਨਾਲ ਵੀ ਹੋਈਆਂ। ਮੈਮ, ਆਖਰੀ ਸਵਾਲ ਮੈਂ ਇਹ ਪੁੱਛਣਾ ਚਾਹੁੰਦਾ ਕਿ ਵੀ ਜਦੋਂ ਇਹ ਸਾਰੇ ਦਾਅਵੇ ਕੀਤੇ ਜਾਂਦੇ ਨੇ ਇਹਦੇ ਵਿੱਚੋਂ ਤੁਸੀਂ ਵਿੱਤੀ ਸੂਝ ਕਿੰਨੀ ਪੜ੍ਹਦੇ ਹੋ ਤੇ ਸਿਆਸਤ ਕਿੰਨੀ ਪੜ੍ਹਦੇ ਹੋ? ਤੁਸੀਂ ਇਹ ਨਾ ਕਹੋ ਕਿ ਮੈਂ ਸਿਆਸਤ ਦੀ ਵਿਦਿਆਰਥਣ ਨਹੀਂ ਹਾਂ। ਮੈਂ ਸਿਆਸਤ ਦੀ ਵਿਦਿਆਰਥਣ ਤਾਂ ਨਹੀਂ ਹਾਂ, ਪਰ ਤੁਹਾਨੂੰ ਮੇਰਾ ਨਜ਼ਰੀਆ ਇਹਦੇ ਬਾਰੇ ਪਹਿਲਾਂ ਵੀ ਪਤਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ 2009 ਦੇ ਵਿੱਚ ਵੀ ਇੰਡਸਟਰੀਅਲ ਪਾਲਿਸੀ ਆਈ ਸੀ, ਫਿਰ 2010-11 ਚ ਇੰਡਸਟਰੀਅਲ ਫੈਸਿਲਿਟੇਸ਼ਨ ਐਕਟ ਆਇਆ ਸੀ ਜੀ। ਤੇ ਫੈਸਿਲਿਟੇਸ਼ਨ ਦਾ ਮਤਲਬ ਹੈ ਕਿ ਹੁਣ ਅਸੀਂ ਇਹਨੂੰ ਲਾਗੂ ਕਰਨ ਵਾਸਤੇ ਇੱਕ ਹੋਰ ਪਾਲਿਸੀ ਕੱਢੀ ਤੇ ਹੁਣ ਇਹ ਇੱਕ ਅਸੀਂ ਇੰਡਸਟਰੀਅਲ ਪ੍ਰਮੋਸ਼ਨ ਪਾਲਿਸੀ ਕਹਿਣੀ ਸ਼ੁਰੂ ਕਰ ਦਿੱਤੀ। ਹੁਣ ਜੇ ਫਿਸਕਲ ਇਨਸੈਂਟਿਵ ਨਾਲ ਲਾਤਾ, ਫਿਸਕਲ ਇਨਸੈਂਟਿਵ ਨਾਲ ਲਾਤਾ। ਹੁਣ ਜੇ ਇਹਨੂੰ ਦੇਖਿਆ ਜਾਵੇ ਤਾਂ ਜੇਕਰ ਡਿਲੀਵਰੀ ਮੈਕੈਨਿਜ਼ਮ ਇੰਪਰੂਵ ਨਹੀਂ ਹੋਇਆ ਜਾਂ ਸਾਨੂੰ ਪੈਸੀਮਿਸਟਿਕ ਤਾਂ ਨਹੀਂ ਹੋਣਾ ਚਾਹੀਦਾ, ਜਿਵੇਂ ਮਿਸਟਰ ਅਗਰਵਾਲ ਨੇ ਵੀ ਕਿਹਾ ਹੈ ਕਿ ਵੀ ਸਾਨੂੰ ਪੋਜ਼ਿਟਿਵ ਆਊਟਲੁੱਕ ਲੈ ਕੇ ਚੱਲਣੀ ਚਾਹੀਦੀ ਔਰ ਲੱਗਦਾ ਵੀ ਹੈ ਕਿ ਗਵਰਨਮੈਂਟ ਇਸ ਵਕਤ ਕੁਝ ਕਰਕੇ ਦਿਖਾਣਾ ਚਾਹੁੰਦੀ ਹੈ। ਅਦਰਵਾਈਜ਼ ਇਹ ਤਾਂ ਹੈ ਹੀ ਹੈ ਕਿ 2014 ਦੀ ਇਲੈਕਸ਼ਨ ਸਾਹਮਣੇ ਹੈ ਤੇ ਉਹਨੂੰ ਸਾਹਮਣੇ ਰੱਖ ਕੇ ਜੇ ਅਸੀਂ ਉਹਦੇ ਨਾਲ ਰਿਲੇਟ ਕਰਨਾ ਚਾਹੀਏ ਤਾਂ ਉਹ ਵੀ ਕਰ ਸਕਦੇ ਹਾਂ, ਕਿਉਂਕਿ ਜਿੱਥੋਂ ਤੱਕ ਫਿਸਕਲ ਇਸ਼ੂਜ਼ ਦਾ ਤੇ ਪਾਵਰ ਸਪਲਾਈ ਦਾ ਉਹਦੇ ਬਾਰੇ ਮੈਂ ਬਹੁਤ ਡਾਊਟਫੁਲ ਹਾਂ। ਬਾਕੀ ਕੋਸ਼ਿਸ਼ ਸਰਕਾਰ ਜ਼ਰੂਰ ਕਰ ਰਹੀ ਹੈ, ਅੱਛਾ ਕਰ ਰਹੀ ਹੈ, ਪਰ ਉਹ ਅਸੀਂ ਕਿਵੇਂ ਰਿਜ਼ੋਲਵ ਕਰਾਂਗੇ ਇਹਦਾ ਜਵਾਬ ਮੇਰੇ ਕੋਲ ਅਜੇ ਨਹੀਂ ਹੈ ਜੀ। ਮੈਨੂੰ ਲੱਗਦਾ ਕਿ ਇਹ ਜਿਹੜੇ ਜਵਾਬ ਨੇ ਸਰਕਾਰ ਨੇ ਵੀ ਲੱਭਣੇ ਨੇ ਤੇ ਅਸੀਂ ਵੀ ਇਹ ਸਵਾਲ ਬਾਰ-ਬਾਰ ਪੁੱਛਣੇ ਨੇ। ਤੁਸੀਂ ਸਾਰੇ ਅੱਜ ਦੀ ਚਰਚਾ 'ਚ ਸ਼ਾਮਿਲ ਹੋਏ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸਰਕਾਰ ਨੀਤੀ ਪੇਸ਼ ਕਰਦੀ ਹੈ ਤਾਂ ਦਰਸਾਉਂਦੀ ਹੈ ਕਿ ਸਭ ਮਸਲਿਆਂ ਦਾ ਹੱਲ ਪੇਸ਼ ਕਰ ਦਿੱਤਾ ਗਿਆ ਹੈ। ਦਰਅਸਲ ਨੀਤੀ ਦਾ ਇਮਤਿਹਾਨ ਤਾਂ ਕਾਰਗੁਜ਼ਾਰੀ ਰਾਹੀਂ ਹੀ ਹੁੰਦਾ ਹੈ। ਮੌਜੂਦਾ ਨੀਤੀ ਵਿਚਾਰ ਪੱਖੋਂ ਤਾਂ ਕਈ ਖਦਸ਼ਿਆਂ ਵਿੱਚ ਘਿਰੀ ਹੋਈ ਹੈ। ਵੇਖਣਾ ਇਹ ਹੋਏਗਾ ਕਿ ਸਰਕਾਰੀ ਦਾਅਵੇ ਕਾਰਗੁਜ਼ਾਰੀ ਵਿੱਚ ਕਿਵੇਂ ਢਲਦੇ ਹਨ ਜਾਂ ਮਾਹਰਾਂ ਦੇ ਖਦਸ਼ੇ ਸੱਚੇ ਸਾਬਤ ਹੁੰਦੇ ਨੇ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।